ਸਵੇਟ ਮਾਰਡਨ ਦੀ ਪੁਸਤਕ ਜੀਵਨ ਜਿਉਣ ਲਈ ਹੈ ਦਾ ਅਗਲਾ ਲੇਖ ਹੈ ਸਾਡੇ ਦੁਸ਼ਮਣ। ਜੀਵ ਜਗਤ ਵਿੱਚ ਹਰ ਇੱਕ ਪ੍ਰਾਣੀ ਦਾ ਕੋਈ ਨਾ ਕੋਈ ਦੁਸ਼ਮਣ ਹੁੰਦਾ ਹੈ। ਆਪਣੇ ਸ਼ਤਰੂ ਨੂੰ ਹਾਨੀ ਪਹੁੰਚਾਉਣਾ, ਮਾਰ ਕੇ ਖਾ ਜਾਣਾ ਜਨਮਾਂ ਤੋਂ ਪ੍ਰਚਲਿਤ ਹੈ। ਮਨੁੱਖ ਪ੍ਰਾਣੀ ਜਗਤ ਵਿੱਚ ਸਭ ਤੋਂ ਉੱਨਤ ਤੇ ਬੁੱਧੀਮਾਨ ਜੀਵ ਹੈ। ਉਹ ਵੀ ਮਾਸਾਹਾਰੀ ਹੋਣ ਦੇ ਕਾਰਨ ਅਨੇਕਾਂ ਜੀਵਾਂ ਦਾ ਦੁਸ਼ਮਣ ਹੈ। ਭਾਵ ਇਹ ਹੈ ਕਿ ਹਰ ਕਿਸੇ ਦਾ ਕੋਈ ਨਾ ਕੋਈ ਦੁਸ਼ਮਣ ਹੁੰਦਾ ਹੈ। ਮਾਨਵ ਦੇ ਵੀ ਦੁਸ਼ਮਣ ਹਨ, ਇਹ ਉਹਦਾ ਅਪਵਾਦ ਨਹੀਂ ਹੈ। ਮਾਨਵ ਬੁੱਧੀਮਾਨ ਪ੍ਰਾਣੀ ਹੈ। ਹਰ ਕੰਮ ਉਹ ਬੁੱਧੀ ਦੇ ਬਲ ਤੇ ਕਰਦਾ ਹੈ। ਹਰ ਕੰਮ ਦਾ ਵਿਵੇਚਨ ਤੇ ਵਿਸ਼ਲੇਸ਼ਣ ਕਰਦਾ ਹੈ। ਆਪਣੀ ਤੀਬਰ ਬੁੱਧੀ ਕਾਰਨ ਆਤਮ ਵਿਸ਼ਲੇਸ਼ਣ ਵੀ ਕਰਦਾ ਹੈ। ਆਪਣੇ ਇਸ ਚਿੰਤਨ ਤੇ ਸੋਚ ਅਨੁਸਾਰ ਉਹਨੇ ਕਈ ਪ੍ਰਕਾਰ ਦੇ ਧਰਮਾਂ, ਆਚਾਰ, ਸਿਧਾਂਤ ਤੇ ਨੀਤੀਆਂ ਦਾ ਨਿਰਧਾਰਨ ਕੀਤਾ ਤੇ ਉਹਨਾਂ ਦਾ ਪਾਲਣ ਕਰਨ ਤੇ ਜ਼ੋਰ ਦੇ ਕੇ ਆਪਣੇ ਜੀਵਨ ਨੂੰ ਹੋਰ ਸਫਲ, ਸੁੰਦਰ ਬਣਾਉਣ ਦਾ ਯਤਨ ਕੀਤਾ। ਆਤਮ ਵਿਸ਼ਲੇਸ਼ਣ ਦੀ ਸ਼ਕਤੀ ਕੇਵਲ ਮਨੁੱਖ ਨੂੰ ਪ੍ਰਾਪਤ ਹੈ। ਉਹ ਆਪਣਾ ਆਤਮ ਵਿਸ਼ਲੇਸ਼ਣ ਕਰਕੇ ਆਪਣੀ ਅੱਛਾਈ ਜਾਂ ਬੁਰਾਈ ਖੁਦ ਸਮਝਦਾ ਹੈ ਤੇ ਇਸ ਆਧਾਰ ਤੇ ਉਹ ਇਸ ਗੱਲ ਦਾ ਨਿਰਣਾ ਕਰਦਾ ਹੈ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਹਰ ਇੱਕ ਜੀਵ ਦਾ ਕੋਈ ਨਾ ਕੋਈ ਦੁਸ਼ਮਣ ਹੁੰਦਾ ਹੈ, ਪਰ ਮਨੁੱਖ ਨੇ ਆਪਣਾ ਵਿਸ਼ਲੇਸ਼ਣ ਕਰਕੇ ਇਹ ਵੀ ਜਾਣ ਲਿਆ ਹੈ ਕਿ ਉਹ ਖੁਦ ਹੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ। ਬਾਹਰ ਤੋਂ ਬਹੁਤ ਭਿਆਨਕ ਸ਼ਤਰੂ ਉਹਦੇ ਆਪਣੇ ਮਨ ਮੱਥੇ ਵਿੱਚ ਪੈਦਾ ਹੁੰਦਾ ਹੈ। ਆਪਣੇ ਚਿੰਤਨ ਰਾਹੀਂ ਉਹਨੇ ਇਸ ਸੱਚ ਨੂੰ ਪਰਖ ਲਿਆ ਹੈ। ਮਨੁੱਖ ਸਮੂਹ 'ਚ ਰਹਿੰਦਾ ਹੈ। ਬਿਖਰ ਕੇ ਇਕੱਲਾ ਜੀਵਨ ਜਿਉਣ ਵਾਲਾ ਵਿਅਕਤੀ ਅਖਵਾਉਣ ਤੋਂ ਵਾਂਝਾ ਰਹਿ ਜਾਂਦਾ ਹੈ। ਸਮੂਹ ਵਿੱਚ ਵਾਸਾ ਕਰਨ ਤੇ ਹੀ ਕੋਈ ਉਹਦਾ ਹੁਕਮਰਾਨ ਹੋ ਸਕਦਾ ਹੈ ਜਾਂ ਉਹਦੀ ਅਗਵਾਈ ਕਰਨ ਵਾਲਾ ਹੁੰਦਾ ਹੈ। ਵਿਦਵਾਨ, ਚਿੰਤਕ, ਸਾਧੂ, ਮਹਾਤਮਾ ਇਸ ਸ਼੍ਰੇਣੀ 'ਚ ਆਉਂਦੇ ਹਨ। ਸਮੇਂ-ਸਮੇਂ ਤੇ ਉਹ ਮਨੁੱਖ ਨੂੰ ਰਾਹ ਵਿਖਾਉਂਦੇ ਹਨ। ਅਜਿਹਾ ਹੀ ਵਿਦਵਾਨਾਂ, ਸੰਤਾਂ, ਮਹਾਤਮਾਵਾਂ ਨੇ ਆਪ ਹੀ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ਕਿ ਮਨੁੱਖ ਆਪ ਸਭ ਤੋਂ ਵੱਡਾ ਦੁਸ਼ਮਣ ਹੈ। ਬਾਹਰ ਦੇ ਦੁਸ਼ਮਣ ਉਹਦੀ ਵੱਡੀ ਹਾਨੀ ਕਰਦੇ ਹਨ, ਜਿਵੇਂ ਕਿ ਉਹ ਆਪ ਉਹਦੇ ਦੁਸ਼ਮਣ ਹਨ। ਆਪਣੇ ਜੀਵਨ 'ਚ ਅਨੁਭਵ ਦੇ ਆਧਾਰ ਤੇ ਖੁਦ ਮਨੁੱਖ ਨੇ ਇਸ ਤੱਥ ਨੂੰ ਠੀਕ ਪਾਇਆ ਹੈ ਕਿ ਸੱਚਮੁੱਚ ਉਹ ਖੁਦ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ। ਸਾਡੇ ਦੁਸ਼ਮਣ ਬਾਹਰਲੇ ਜਗਤ ਵਿੱਚ ਤਾਂ ਹੈ ਹੀ, ਪਰ ਇਹ ਦੁਸ਼ਮਣ ਸਾਡੀ ਹਾਨੀ ਉਸ ਹੱਦ ਤੱਕ ਨਹੀਂ ਕਰਦੇ ਜਿਸ ਹੱਦ ਤੱਕ ਸਾਡੇ ਅੰਦਰ ਛੁਪੇ ਬੈਠੇ ਦੁਸ਼ਮਣ ਕਰਨ ਹਿੱਤ ਸਫਲ ਹਨ। ਸਭ ਤੋਂ ਵੱਡੀ ਹਾਨੀ ਇਹੋ ਜਿਹੇ ਸਾਡੇ ਦੁਸ਼ਮਣ ਕਰਦੇ ਹਨ। ਸਵਾਮੀ ਦਇਆਨੰਦ ਸਰਸਵਤੀ ਨੇ ਕਿਹਾ ਕਿ ਆਦਮੀ ਖੁਦ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ। ਆਪਣੇ ਹਰ ਨੁਕਸਾਨ, ਆਪਣੀ ਹਰ ਹਾਰ ਲਈ ਉਹ ਖੁਦ ਜ਼ਿੰਮੇਵਾਰ ਹੈ। ਸਵਾਮੀ ਦਇਆਨੰਦ ਦਾ ਇਹ ਕਥਨ ਸਦਾ ਸੱਚ ਹੈ। ਅੱਜ ਆਪਣੀ ਘੋਖ ਕਰਕੇ ਵੇਖੋ, ਇਹ ਸੱਚ ਕੌੜਾ ਹੈ ਪਰ ਹੈ ਸੱਚ। ਜਦੋਂ ਆਪ ਇਮਾਨਦਾਰੀ ਦੇ ਨਾਲ ਆਪਣਾ ਆਤਮ ਵਿਸ਼ਲੇਸ਼ਣ ਕਰੋਗੇ ਤਾਂ ਇਸ ਗੱਲ ਨੂੰ ਠੀਕ ਸਮਝੋਗੇ। ਆਦਮੀ ਦੇ ਮਨ 'ਚ ਖੁਦ ਉਹਦੇ ਕਈ ਦੁਸ਼ਮਣ ਘੁਸਪੈਠੀਏ ਦੀ ਸ਼ਕਲ 'ਚ ਹਾਜ਼ਰ ਰਹਿੰਦੇ ਹਨ। ਇਹ ਸ਼ਤਰੂ ਉਹਦੀ ਹਾਨੀ ਕਰਨ ਵਾਲੇ ਸਿੱਧ ਹੁੰਦੇ ਹਨ। ਆਪਣੇ ਦੁਸ਼ਮਣ ਹੀ ਉਹਦੇ ਸਰੀਰ ਨੂੰ ਤਹਿਸ ਨਹਿਸ ਕਰਦੇ ਹਨ, ਉਹਦਾ ਸਾਰਾ ਖੇਲ ਵਿਗਾੜ ਦਿੰਦੇ ਹਨ। ਆਦਮੀ ਦਾ ਮਨ ਮੰਦਰ ਇਹਨਾਂ ਦੁਸ਼ਮਣਾਂ ਦਾ ਸ਼ਿਕਾਰ ਬਣ ਜਾਂਦਾ ਹੈ। ਸਭ ਤੋਂ ਵੱਡਾ ਦੁਸ਼ਮਣ ਅਲਕਸ ਦਾ ਵਿਵਰਣ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਉਸ ਪਿੱਛੋਂ ਮਨੁੱਖ ਦਾ ਵੱਡਾ ਦੁਸ਼ਮਣ ਨਿਰਾਸ਼ਾ ਦੇ ਰੂਪ 'ਚ ਉਤਰਦਾ ਹੈ। ਅਲਕਸ ਮਤਲਬ ਆਲਸ। ਨਿਰਾਸ਼ਾ ਮਨੁੱਖ ਦਾ ਸਭ ਤੋਂ ਸ਼ਕਤੀਸ਼ਾਲੀ ਦੁਸ਼ਮਣ ਹੈ। ਨਿਰਾਸ਼ਾ ਜਦੋਂ ਆਦਮੀ ਨੂੰ ਘੇਰ ਲੈਂਦੀ ਹੈ, ਨਿਰਾਸ਼ਾ ਆਦਮੀ ਦੇ ਮਨ 'ਚ ਘਰ ਬਣਾ ਲੈਂਦੀ ਹੈ, ਤਾਂ ਉਹਦਾ ਸਰੀਰ, ਉਹਦਾ ਮਨ ਸਭ ਕੁਝ ਢਿੱਲੇ ਹੋ ਜਾਂਦੇ ਹਨ। ਨਿਰਾਸ਼ਾ ਦਾ ਜ਼ੋਰ ਪਕੜ ਵਾਲਾ ਸਿੱਧ ਹੁੰਦਾ ਹੈ। ਮਨੁੱਖ ਕੀ ਕਰੇ, ਉਹਨੂੰ ਕੋਈ ਸੋਝੀ ਨਹੀਂ ਰਹਿੰਦੀ। ਹਨੇਰੇ 'ਚ ਭਟਕਦਾ, ਨਿਰਾਸ਼ਾ ਉਹਦਾ ਤਨ ਮਨ ਤੋੜ ਕੇ ਰੱਖ ਦਿੰਦੀ ਹੈ। ਆਦਮੀ ਦਾ ਇਹ ਸੁਭਾਅ ਕਿ ਆਪਣੇ ਕੀਤੇ ਦਾ ਉਹ ਤੁਰੰਤ ਲਾਭ ਚਾਹੁੰਦਾ ਹੈ। ਕੰਮ ਸ਼ੁਰੂ ਕਰਦੇ ਹੀ ਲਾਭ ਦੀ ਭਾਲ 'ਚ ਅਟਕ ਜਾਂਦਾ ਹੈ। ਅੰਧਕਾਰ ਵਿੱਚ ਭਟਕਦਾ ਰਹਿੰਦਾ ਹੈ। ਜੇ ਕੋਈ ਲਾਭ ਹੁੰਦਾ ਵਿਖਾਈ ਨਹੀਂ ਦਿੰਦਾ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। ਕੰਮ 'ਚ ਉਹਦਾ ਜੀ ਨਹੀਂ ਲੱਗਦਾ। ਉਹਦਾ ਸਰੀਰ ਬਿਮਾਰ ਜਿਹਾ ਹੋ ਜਾਂਦਾ ਹੈ। ਹਰ ਕੰਮ ਦਾ ਝਟਪਟ ਚੰਗੇ ਨਤੀਜੇ ਦੀ ਇੱਛਾ ਮਨ 'ਚ ਸੰਜੋਈ ਫਿਰਦਾ ਰਹਿੰਦਾ ਹੈ। ਵਾਸਤਵ ਵਿੱਚ ਉਹ ਕੋਸ਼ਿਸ਼ ਕਰਨਾ ਛੱਡ ਦਿੰਦਾ ਹੈ ਤੇ ਇਸ ਰੁਚੀ ਕਾਰਨ ਆਪਣੇ ਜੀਵਨ ਵਿੱਚ ਹਾਰ ਮੰਨ ਲੈਂਦਾ ਹੈ। ਕਾਰਜ ਆਰੰਭਿਆ ਨਹੀਂ ਕਿ ਚਾਹੁੰਦਾ ਹੈ ਨੋਟਾਂ ਨਾਲ ਭਰ ਜਾਏ ਝੋਲੀ। ਅੰਗਰੇਜ਼ੀ 'ਚ ਇੱਕ ਕਹਾਵਤ ਹੈ, ਟਰਾਈ ਅਗੇਨ ਯੂਲ ਸਕਸੀਡ ਐਟ ਲਾਸਟ, ਅਰਥਾਤ ਯਤਨ ਕਰਦੇ ਰਹੋ, ਅੰਤ ਸਫਲਤਾ ਜ਼ਰੂਰ ਮਿਲੇਗੀ। ਇਸ ਨਾਲ ਜੁੜੀ ਕਹਾਣੀ ਅਨੁਸਾਰ ਇੱਕ ਰਾਜਾ ਲੜਾਈ ਹਾਰ ਜਾਂਦਾ ਹੈ। ਦੁਖੀ ਹੋ ਕੇ ਇੱਕ ਗੁਫਾ 'ਚ ਆਰਾਮ ਕਰਨ ਲਈ ਬੈਠ ਜਾਂਦਾ ਹੈ। ਗੁਫਾ 'ਚ ਕੀੜੀ ਕਣਕ ਦਾ ਇੱਕ ਦਾਣਾ ਲੈ ਕੇ ਉੱਪਰ ਚੜ੍ਹਦੀ ਹੈ ਪਰ ਗਿਰ ਜਾਂਦੀ ਹੈ। ਉਹ ਯਤਨ ਲਗਾਤਾਰ ਕਰਦੀ ਹੈ ਤੇ ਅੰਤ ਚੜ੍ਹਨ 'ਚ ਸਫਲ ਹੋ ਜਾਂਦੀ ਹੈ।
ਕੀੜੀ ਦੇ ਨਿਸ਼ਚੇ ਨੂੰ ਵੇਖ ਕੇ ਰਾਜੇ ਦੇ ਮਨ 'ਚ ਨਵੀਂ ਉਮੀਦ ਪੈਦਾ ਹੋਈ ਤੇ ਨਵੇਂ ਸਿਰੇ ਤੋਂ ਫੌਜ ਤਿਆਰ ਕਰ ਦੁਸ਼ਮਣ ਤੇ ਜਿੱਤ ਪ੍ਰਾਪਤ ਕੀਤੀ। ਕੀੜੀ ਵਾਲੇ ਗੁਰਮੰਤਰ ਨਾਲ ਉਹਨੂੰ ਬਲ ਪ੍ਰਾਪਤੀ ਹੋਈ ਤੇ ਨਿਰਾਸ਼ਾ ਨੂੰ ਝਟਕਾ ਦੇ ਕੇ ਮਨ 'ਚੋਂ ਕੱਢ ਮਾਰਿਆ ਤੇ ਫਤਿਹ ਪ੍ਰਾਪਤ ਕੀਤੀ। ਜੇ ਰਾਜਾ ਨਿਰਾਸ਼ ਹੋ ਕੇ ਬਹਿ ਰਹਿੰਦਾ ਤਾਂ ਉਹਨੂੰ ਜੀਵਨ 'ਚ ਕੁਝ ਪ੍ਰਾਪਤ ਨਹੀਂ ਹੋਣ ਵਾਲਾ ਸੀ। ਨਿਰਾਸ਼ਾ ਸਾਡੀ ਦੁਸ਼ਮਣ ਹੈ। ਮਨੁੱਖ ਨੂੰ ਆਪਣੀ ਲਪੇਟ 'ਚ ਆਸਾਨੀ ਨਾਲ ਲੈ ਲੈਂਦੀ ਹੈ। ਮਨੁੱਖ ਟੁੱਟ ਕੇ ਰਹਿ ਜਾਂਦਾ ਹੈ। ਨਿਰਾਸ਼ਾ ਮਨੁੱਖ ਨੂੰ ਪਾਗਲਪਨ ਦੀ ਹਾਲਤ 'ਚ ਲੈ ਜਾਂਦੀ ਹੈ। ਆਤਮ ਹੱਤਿਆ ਕਰਨ ਲਈ ਵੀ ਮਜਬੂਰ ਕਰਦੀ ਹੈ। ਅਜਿਹਾ ਅਕਸਰ ਸਮਾਚਾਰ ਪੱਤਰਾਂ 'ਚ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਂ ਵਿਅਕਤੀ ਨੇ ਫਲਾਂ ਖੇਤਰ 'ਚ ਅਸਫਲ ਹੋਣ ਕਾਰਨ ਆਤਮ ਹੱਤਿਆ ਕਰ ਲਈ ਕਿਉਂਕਿ ਨਿਰਾਸ਼ਾ ਦੀ ਤਾਬ ਨਹੀਂ ਲਿਆ ਸਕਿਆ। ਪ੍ਰੀਖਿਆ 'ਚ ਸਫਲਤਾ ਨਹੀਂ ਮਿਲੀ ਤਾਂ ਵਿਦਿਆਰਥੀਆਂ ਨੇ ਖੁਦਕੁਸ਼ੀ ਦਾ ਸਹਾਰਾ ਲੈ ਕੇ ਜੱਗ ਤੋਂ ਕਿਨਾਰਾ ਕਰ ਲਿਆ। ਗਰੀਬੀ ਕਾਰਨ ਜਾਂ ਪ੍ਰੇਮ 'ਚ ਅਸਫਲ ਹੋਣ ਤੇ ਵੀ ਮਨੁੱਖ ਅਜਿਹਾ ਵਤੀਰਾ ਅਪਣਾਉਂਦਾ ਹੈ। ਨਿਰਾਸ਼ਾ ਛੋਟੇ ਰੂਪ 'ਚ ਆਉਂਦੀ ਹੈ ਤੇ ਦਿਓ ਰੂਪੀ ਹੋ ਜਾਂਦੀ ਹੈ। ਨਿਰਾਸ਼ਾ ਹਰ ਮਨੁੱਖ ਦੇ ਮਨ 'ਚ ਘਰ ਬਣਾ ਲੈਂਦੀ ਹੈ। ਹੌਲੀ ਹੌਲੀ ਆਪਣਾ ਤਾਣਾ ਬਾਣਾ ਬੁਣਦੀ ਹੈ। ਮਨੁੱਖ ਦੀ ਵਿਚਾਰਧਾਰਾ ਤੇ ਅਧਿਕਾਰ ਕਰ ਲੈਂਦੀ ਹੈ। ਸਰੀਰ ਨੂੰ ਸੁਸਤ ਬਣਾ ਦਿੰਦੀ ਹੈ। ਇਸ ਪ੍ਰਕਾਰ ਉਹਦਾ ਆਕਾਰ ਸੁਸਰੀ ਵਾਂਗ ਵੱਧ ਜਾਂਦਾ ਹੈ। ਇੱਕ ਦਿਨ ਨਿਰਾਸ਼ ਹੋਣਾ ਪੈਂਦਾ ਹੈ। ਆਤਮ ਹੱਤਿਆ ਜਾਂ ਆਪਣਾ ਜੀਵਨ ਇੱਕਦਮ ਚੌਪਟ ਹੋ ਜਾਂਦਾ ਹੈ। ਜੀਵਨ ਤੋਂ ਨਿਰਾਸ਼ ਲੋਕ ਨਾ ਕੇਵਲ ਆਪਣਾ ਜੀਵਨ ਨਸ਼ਟ ਕਰਦੇ ਹਨ ਸਗੋਂ ਆਪਣੇ ਪਰਿਵਾਰ ਨੂੰ ਵੀ ਨਸ਼ਟ ਕਰ ਦਿੰਦੇ ਹਨ। ਆਪਣੀ ਜਾਨ ਦੇ ਨਾਲ ਹੋਰਨਾਂ ਨੂੰ ਸੁਆਹ ਕਰ ਦਿੰਦੇ ਹਨ। ਸਮਾਚਾਰ ਪੱਤਰ 'ਚ ਪੜ੍ਹਨ ਨੂੰ ਮਿਲਦਾ ਹੈ ਕਿ ਗਰੀਬੀ ਤੋਂ ਤੰਗ ਆ ਕੇ ਆਪਣੇ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਮਾਰਨ ਉਪਰੰਤ ਫਲਾਂ ਵਿਅਕਤੀ ਨੇ ਆਪ ਵੀ ਆਤਮ ਹੱਤਿਆ ਕਰ ਲਈ। ਆਪ ਤਾਂ ਮਰਨਾ ਹੀ ਸੀ ਤੇ ਆਪਣੇ ਨਾਲ ਦੂਸਰਿਆਂ ਦੇ ਜੀਵਨ ਦਾ ਵੀ ਅੰਤ ਕਰ ਦਿੱਤਾ। ਅਖਬਾਰ ਅੱਖਾਂ ਅੱਗੇ ਹੈ। ਇੱਕ ਸਨਸਨੀਖੇਜ ਅਖਬਾਰ ਦੀ ਸੁਰਖੀ ਸੀ। ਇੱਕ ਆਦਮੀ ਪੈਟਰੋਲ ਪੰਪ ਤੇ ਚੰਗੀ ਭਲੀ ਨੌਕਰੀ ਕਰਦਾ ਸੀ। ਕਿਸੇ ਕਾਰਨ ਉਹਦੀ ਨੌਕਰੀ ਜਾਂਦੀ ਰਹੀ। ਨਿਰਾਸ਼ ਹੋ ਕੇ ਉਹਨੇ ਕਾਰਾਂ ਦੀ ਖਰੀਦ ਵੇਚਣ ਦਾ ਕੰਮ ਧੰਦਾ ਸ਼ੁਰੂ ਕਰਤਾ। ਪੁਰਾਣੀਆਂ ਨਵੀਆਂ ਕਾਰਾਂ ਖਰੀਦਣਾ ਤੇ ਵੇਚਣਾ ਉਹਦਾ ਰੋਜ਼ ਦਾ ਕੰਮ ਸੀ। ਇਸ ਧੰਦੇ 'ਚ ਘਾਟਾ ਪੈ ਗਿਆ। ਨੌਬਤ ਘਰ ਦਾ ਸਮਾਨ ਵੇਚਣ ਤੱਕ ਆ ਗਈ। ਫਰਿੱਜ ਗਿਆ, ਟੈਲੀਵਿਜ਼ਨ ਗਿਆ, ਫਰਨੀਚਰ ਦੀ ਆਹੂਤੀ ਵੀ ਦੇ ਦਿੱਤੀ। ਘਰ ਦੇ ਬਰਤਨ ਵੀ ਵਿਕ ਗਏ। ਫੀਸ ਨਾ ਦੇਣ ਤੇ ਬੱਚਿਆਂ ਦੇ ਨਾਂ ਸਕੂਲ 'ਚੋਂ ਕੱਟ ਦਿੱਤੇ ਗਏ। ਨਿਰਾਸ਼ਾ ਆਪਣੀ ਚਰਮ ਸੀਮਾ ਤੇ ਪਹੁੰਚ ਗਈ। ਤਦ ਉਸ ਵਿਅਕਤੀ ਨੇ ਰਾਤ ਦੇ ਸਨਾਟੇ 'ਚ ਸਾਰੇ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਤੀ। ਸਮੂਹ ਪਰਿਵਾਰ ਸਮੇਤ ਆਪ ਵੀ ਸਮਾਪਤ ਹੋ ਗਿਆ। ਕੈਸੀ ਦਰਦਨਾਕ ਘਟਨਾ ਸੀ। ਨਿਰਾਸ਼ਾ ਦਾ ਕੀ ਭਿਆਨਕ ਰੂਪ ਹੋ ਸਕਦਾ ਹੈ। ਨਿਰਾਸ਼ਾ ਸਾਡੇ ਦੁਸ਼ਮਣਾਂ 'ਚੋਂ ਪ੍ਰਮੁੱਖ ਹੈ। ਨਿਰਾਸ਼ਾ ਨੂੰ ਆਪਣੇ ਜੀਵਨ 'ਚ ਕੋਈ ਮਹੱਤਵ ਨਾ ਦੇਣਾ ਅਕਲਮੰਦੀ ਹੈ। ਤੁਸੀਂ ਕੋਈ ਵੀ ਕਾਰਜ ਕਰ ਰਹੇ ਹੋ, ਉਸ ਕਾਰਜ ਦਾ ਸ਼ੁਭ ਲਾਭ ਪ੍ਰਾਪਤ ਹੋਣ ਵਿੱਚ ਕੁਝ ਸਮਾਂ ਲੱਗ ਜਾਣਾ ਸੁਭਾਵਕ ਹੈ। ਪਰ ਜੇ ਕੁਝ ਦੇਰ ਹੋ ਵੀ ਜਾਏ ਤਾਂ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ। ਆਪਣਾ ਮਨ ਛੋਟਾ ਕਰਨ ਦੀ ਲੋੜ ਨਹੀਂ। ਆਰੰਭੇ ਕਾਰਜ ਨੂੰ ਵਿਚਕਾਰ ਨਾ ਛੱਡੋ, ਸਫਲਤਾ ਜ਼ਰੂਰ ਮਿਲੇਗੀ। ਨਿਰਾਸ਼ ਹੋਣ ਤੇ ਜੋ ਕੁਝ ਆਪ ਦਾ ਹੈ ਸੀ ਉਹ ਤਾਂ ਸਮਾਪਤ ਹੋ ਜਾਂਦਾ ਹੈ, ਪਰ ਇਹਦੇ ਨਾਲ ਨਾਲ ਕੁਝ ਹੋਰ ਗੁਆ ਬੈਠਦੇ ਹੋ। ਆਪ ਦਾ ਹੋਰ ਨੁਕਸਾਨ ਹੋਣਾ ਯਕੀਨੀ ਹੋ ਜਾਂਦਾ ਹੈ। ਇਸ ਪ੍ਰਕਾਰ ਆਪ ਨਿਰਾਸ਼ਾ ਦਾ ਪੱਲੂ ਫੜ ਆਪਣੇ ਪੈਰਾਂ ਤੇ ਕੁਹਾੜੀ ਮਾਰ ਲੈਂਦੇ ਹੋ। ਨਿਰਾਸ਼ ਨਹੀਂ ਹੋਣਾ ਚਾਹੀਦਾ। ਲਗਨ ਨਾਲ ਕੰਮ ਕਰਦੇ ਰਹੋ। ਯਤਨ ਕਰਨਾ ਬੰਦ ਨਾ ਕੀਤਾ ਜਾਏ। ਹਿੰਮਤ ਨਹੀਂ ਹਾਰਨੀ ਚਾਹੀਦੀ। ਰਾਜਾ ਹਰਿਸ਼ ਚੰਦਰ ਦੀ ਧਾਰਮਿਕ ਕਥਾ ਸਾਹਮਣੇ ਹੈ। ਉਹਨਾਂ ਤੇ ਕੀ ਸੰਕਟ ਨਹੀਂ ਆਏ ਪਰ ਹਿੰਮਤ ਨਹੀਂ ਤਿਆਗੀ। ਆਪਣੇ ਅਸੂਲ ਤੇ ਅਡਿੱਗ ਰਹੇ ਤੇ ਅੰਤ 'ਚ ਸਫਲਤਾ ਪ੍ਰਾਪਤੀ ਦਾ ਵਰਦਾਨ ਹਾਸਲ ਕਰ ਰਹਿੰਦੀ ਦੁਨੀਆ ਤੱਕ ਨਾਮਣਾ ਖੱਟਿਆ। ਨਿਰਾਸ਼ ਹੋਣਾ, ਹਿੰਮਤ ਦਾ ਪੱਲੂ ਛੱਡ ਦੇਣਾ ਮਨੁੱਖ ਲਈ ਬੁਜ਼ਦਿਲੀ ਦਾ ਸੂਚਕ ਹੈ। ਜਿਸ ਕਾਰਜ 'ਚ ਰੁੱਝੇ ਉਸ 'ਚ ਰੱਤੇ ਰਹੋ। ਲਗਾਤਾਰ ਪੱਥਰ ਤੇ ਰਗੜਾਂ ਪੈਣ ਤੇ ਰੱਸੀ ਵੀ ਆਪਣਾ ਨਿਸ਼ਾਨ ਬਣਾ ਦਿੰਦੀ ਹੈ। ਨਰਮ ਰੱਸੀ ਕਠੋਰ ਪੱਥਰ ਤੇ ਆਪਣੀ ਛਾਪ ਛੱਡਣ 'ਚ ਸਫਲ ਰਹਿੰਦੀ ਹੈ। ਤਾਂ ਮਨੁੱਖ ਨੂੰ ਨਿਰਾਸ਼ਾ ਦੀ ਕੀ ਲੋੜ ਹੈ। ਕੋਸ਼ਿਸ਼ ਕਰਦੇ ਹੋਏ ਮਨੁੱਖ ਵੀ ਸਫਲਤਾ ਦੀ ਛਾਪ ਲਗਾ ਸਕਦਾ ਹੈ। ਕਦੀ ਵੀ ਨਿਰਾਸ਼ ਨਾ ਹੋ। ਨਿਰਾਸ਼ਾ ਨੂੰ ਆਪਣੀ ਉਂਗਲੀ ਥਮਾਈ ਨਹੀਂ ਕਿ ਉਹ ਤੁਹਾਡਾ ਹੱਥ ਫੜ ਲੈਂਦੀ ਹੈ। ਸਾਰੇ ਕਰੇ ਕਰਾਏ ਕੰਮ ਤੇ ਪਾਣੀ ਫੇਰ ਦਿੰਦੀ ਹੈ। ਤੁਹਾਡੇ ਰਸਤੇ ਨੂੰ ਰੋਕ ਕੇ ਖੜੀ ਹੋ ਜਾਂਦੀ ਹੈ। ਨਿਰਾਸ਼ ਹੋਣਾ ਆਪਣੇ ਪੈਰਾਂ ਤੇ ਕੁਹਾੜੀ ਮਾਰਨਾ ਹੈ। ਕਿਸੇ ਕੰਮ 'ਚ ਅਸਫਲ ਹੋਣ ਤੇ ਨਿਰਾਸ਼ ਕਿਉਂ? ਨਿਰਾਸ਼ ਮਤ ਹੋਵੋ। ਅਸਫਲਤਾ ਦਾ ਸਾਹਮਣਾ ਹੋਣ ਤੇ ਉਹਦਾ ਡਟ ਕੇ ਮੁਕਾਬਲਾ ਕੀਤਾ ਜਾਣਾ ਜ਼ਰੂਰੀ ਹੈ ਤੇ ਮਨੁੱਖੀ ਧਰਮ ਹੈ। ਅਸਫਲਤਾ ਦੇ ਕਾਰਨਾਂ ਦੀ ਘੋਖ ਕਰ ਸੁਧਾਰ ਲਈ ਜਗ੍ਹਾ ਬਣਾਈ ਜਾਵੇ। ਇਹਨਾਂ ਕਮਜ਼ੋਰੀਆਂ ਤੇ ਕਾਬੂ ਪਾਇਆ ਜਾਵੇ ਜਿਨ੍ਹਾਂ ਕਰਕੇ ਅਸਫਲਤਾ ਦਾ ਮੂੰਹ ਵੇਖਣਾ ਪਿਆ। ਪ੍ਰੀਖਿਆ 'ਚ ਫੇਲ ਕਿਉਂ?
ਇਸ ਵਿੱਚ ਆਪਣਾ ਹੀ ਦੋਸ਼ ਹੁੰਦਾ ਹੈ। ਪ੍ਰਸ਼ਨ ਪੱਤਰ 'ਚ ਦਿੱਤੇ ਸਵਾਲਾਂ ਨੂੰ ਸਮਝੇ ਬਿਨਾਂ ਹੀ ਉੱਤਰ ਲਿਖ ਦੇਣਾ ਯਕੀਨੀ ਤੌਰ ਤੇ ਫੇਲ ਹੋਣ ਦਾ ਪ੍ਰਤੀਕ ਹੀ ਹੋਏਗਾ। ਕਿਤਾਬਾਂ ਨੂੰ ਕਦੇ ਪੜ੍ਹਿਆ ਨਹੀਂ, ਸਿਰਹਾਣੇ ਰੱਖ ਟੀਵੀ ਵੇਖਣਾ ਚੰਗਾ ਲੱਗਦਾ ਸੀ, ਫਿਰ ਫੇਲ ਹੋਣ ਤੇ ਕੀ ਨਿਰਾਸ਼ਾ। ਫੇਲ ਹੋਣ ਦਾ ਕਾਰਨ ਮਨੁੱਖ ਆਪ ਹੀ ਹੈ। ਸਫਲਤਾ ਤੋਂ ਸਿੱਖਿਆ ਲੈਂਦੇ ਹੋਏ ਭਵਿੱਖ 'ਚ ਕਾਮਯਾਬੀ ਲਈ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾਣਾ ਹੀ ਸੱਚਾ ਧਰਮ ਹੈ। ਅਸਫਲਤਾ 'ਚ ਉਲਝੇ ਰਹੇ ਆਪ ਦਾ ਉਤਸ਼ਾਹ ਮੰਦ ਪੈ ਜਾਏਗਾ। ਉਤਸ਼ਾਹ ਕਮਜ਼ੋਰ ਹੋਣ ਤੇ ਆਪ ਨੂੰ ਹਾਨੀ ਹੋਏਗੀ। ਆਪ ਦੇ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਏਗੀ। ਅਸਫਲਤਾ ਕਾਰਨ ਵਧੇਰੇ ਹੌਸਲਾ ਪਸਤ ਹੋ ਜਾਂਦਾ ਹੈ। ਕਿਸੇ ਵੀ ਪ੍ਰਤੀਯੋਗਤਾ 'ਚ ਭਾਗ ਲੈਣ ਤੇ ਅਸਫਲਤਾ ਪ੍ਰਾਪਤੀ ਦੇ ਆਲਮ ਦੌਰਾਨ ਮਨੁੱਖ ਦਾ ਸਭ ਤੋਂ ਵੱਡਾ ਔਗੁਣ ਨਿਰਾਸ਼ਾ ਨੂੰ ਘੇਰ ਲੈਂਦਾ ਹੈ। ਅਸਲ 'ਚ ਵੇਖਿਆ ਜਾਏ ਇਹ ਔਗੁਣ ਦੁਰਬਲਤਾ ਪੈਦਾ ਕਰਨ ਵਾਲਾ ਸਿੱਧ ਹੁੰਦਾ ਹੈ। ਹੌਸਲਾ ਪਸਤ ਹੋਣ ਤੇ ਮਨੁੱਖ ਦੀ ਕੰਮ ਵਾਲੀ ਰੁਚੀ ਮੰਦ ਗਤੀ ਅਪਣਾ ਲੈਂਦੀ ਹੈ, ਜਿਸ ਕਾਰਨ ਸਫਲਤਾ ਦਾ ਦਰ ਦੂਰ ਹੋ ਜਾਂਦਾ ਹੈ। ਅਸਫਲਤਾ ਪ੍ਰਾਪਤੀ ਤੇ ਤਾਂ ਸਾਨੂੰ ਹੋਰ ਸ਼ਕਤੀ ਨਾਲ ਕਮਰ ਕੱਸਾ ਕਰ ਲੈਣਾ ਚਾਹੀਦਾ ਹੈ। ਕਮਰ ਕੱਸਾ ਕਰਨ ਤੇ ਸਫਲਤਾ ਆਪ ਦੇ ਕਦਮ ਚੁੰਮੇਗੀ ਹੀ। ਸਾਇੰਸਦਾਨਾਂ ਨੂੰ ਵੇਖੋ, ਉਹਨਾਂ ਦੇ ਜੀਵਨ ਦਾ ਇਤਿਹਾਸ ਵਾਚਿਆ ਜਾਣਾ ਜ਼ਰੂਰੀ ਹੈ। ਹਰ ਆਵਿਸ਼ਕਾਰ ਕਰਨ ਲਈ ਉਹਨਾਂ ਨੂੰ ਨਾ ਜਾਣੇ ਕਿੰਨੀ ਵਾਰ ਅਸਫਲਤਾ ਪ੍ਰਾਪਤ ਹੁੰਦੀ ਰਹੀ, ਪਰ ਲਗਾਤਾਰ ਹੌਸਲੇ ਨਾਲ ਆਪਣੇ ਪ੍ਰੀਖਣਾਂ ਵਿੱਚ ਡਟੇ ਰਹਿਣਾ ਤੇ ਸਫਲਤਾ ਪ੍ਰਾਪਤ ਕਰ ਲੈਣੀ ਉਹਨਾਂ ਦੇ ਸੁਭਾਗ ਵਿੱਚ ਸੀ। ਅੱਜ ਦੀ ਸਭਿਅਤਾ ਦੇ ਵਿਕਾਸ ਲਈ ਬਿਜਲੀ, ਟੈਲੀਫੋਨ ਜਿਹੀਆਂ ਕਾਢਾਂ ਕਰਨ ਵਾਲੇ ਵਿਗਿਆਨਕ ਐਡੀਸਨ ਅਲਵਾ ਨੂੰ ਕਿੰਨੀ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਉਹਦੀ ਗਿਣਨਾ ਕਠਿਨ ਹੈ। ਰਾਤ ਦਿਨ ਹਰ ਪ੍ਰਕਾਰ ਦੇ ਕਠੋਰ ਹਾਲਾਤਾਂ ਦਾ ਮੁਕਾਬਲਾ ਕੀਤਾ। ਹਰ ਵਾਰ ਕਠਿਨ ਮਿਹਨਤ ਕਰਨ ਤੇ ਵੀ ਅਸਫਲਤਾ ਮਿਲਦੀ ਰਹੀ, ਪਰ ਹੌਸਲੇ ਨਾਲ ਡਟੇ ਰਹੇ, ਅੰਤ 'ਚ ਸਫਲ ਹੋ ਕੇ ਨਿਤਰਿਆ। ਐਡੀਸਨ ਇੱਕ ਇੰਟਰਵਿਊ ਦੌਰਾਨ ਕਹਿੰਦਾ ਕਿ ਹਰ ਅਸਫਲਤਾ ਮੇਰੇ 'ਚ ਹੋਰ ਵਾਧੂ ਕੰਮ ਕਰਨ ਦਾ ਜੋਸ਼ ਪੈਦਾ ਕਰਦੀ ਰਹੀ। ਵੇਖੋ ਕੀ ਵਧੀਆ ਗੁਰਮੰਤਰ ਹੈ। ਕੀ ਤੁਸੀਂ ਅਸਫਲਤਾ ਨੂੰ ਸਫਲਤਾ 'ਚ ਬਦਲਣ ਦਾ ਤਰੱਦਦ ਕਰ ਸਕਦੇ ਹੋ? ਨਿਸ਼ਚਿਤ ਰੂਪ 'ਚ ਕਾਮਯਾਬੀ ਲਈ ਇਹ ਮੂਲ ਮੰਤਰ ਹੈ। ਜੇ ਅਸਫਲਤਾ ਨਵਾਂ ਜੋਸ਼ ਤੇ ਨਵੀਂ ਰੂਹ ਫੂਕਣ ਵਾਲੀ ਸਿੱਧ ਹੋ ਜਾਏ ਤਾਂ ਆਪ ਦੇ ਜੀਵਨ ਦੇ ਉਤਰਾਅ ਚੜਾਅ 'ਚ ਬਦਲ ਜਾਣਗੇ। ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜਾ ਆਪਣੀ ਮਦਦ ਆਪ ਕਰਦਾ ਹੈ। ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਆਪਣੀ ਦੁਸ਼ਮਣ ਨਿਰਾਸ਼ਾ ਨੂੰ ਆਪਣੇ ਕੋਲ ਫਟਕਣ ਨਾ ਦਿਓ। ਚੁੱਪਚਾਪ ਆਪਣਾ ਕੰਮ ਲਗਨ ਨਾਲ ਕਰਦੇ ਰਹੋ। ਆਪਣੀ ਅਸਫਲਤਾ ਦੇ ਕਾਰਨਾਂ ਦੀ ਘੋਖ ਕਰਕੇ ਉਹਨਾਂ ਨੂੰ ਦੂਰ ਕਰਨ ਦਾ ਭਰਪੂਰ ਯਤਨ ਕੀਤਾ ਜਾਏ ਤਾਂ ਜੋ ਰੁਕਾਵਟਾਂ ਮੁੜ ਤੁਹਾਡੀ ਸਫਲਤਾ 'ਚ ਰੋੜਾ ਨਾ ਬਣ ਜਾਣ। ਉਦਮ ਕਰਕੇ ਸਫਲਤਾ ਪ੍ਰਾਪਤ ਕਰਨਾ ਹੀ ਮਨੋਰਥ ਹੋਣਾ ਚਾਹੀਦਾ ਹੈ। ਭਗਵਤ ਗੀਤਾ ਵਿੱਚ ਇਹਦਾ ਵੀ ਚੰਗਾ ਵਿਵੇਚਨ ਕੀਤਾ ਗਿਆ। ਦਾਰਸ਼ਨਿਕ ਢੰਗ ਨਾਲ ਕੀਤਾ ਵਿਵੇਚਨ ਵਿਚਾਰਨ ਯੋਗ ਹੈ। ਕ੍ਰਿਸ਼ਨ ਅਰਜਨ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ, ਤੇਰਾ ਫਰਜ਼ ਕਰਮ ਕਰਨਾ ਹੈ, ਫਲ ਪ੍ਰਾਪਤੀ ਦੀ ਇੱਛਾ ਨਾ ਕਰ। ਕਰਮ ਕਰਦੇ ਰਹੋ। ਇਹ ਨਾ ਸੋਚਿਆ ਜਾਏ ਕਿ ਸਫਲਤਾ ਮਿਲੇਗੀ ਜਾਂ ਨਹੀਂ। ਫਲ ਪ੍ਰਾਪਤੀ ਦੀ ਆਸ਼ਾ ਨਾ ਕਰ। ਫਲ ਕੀ ਹੋਏਗਾ ਇਸ ਬਾਰੇ ਵਿਚਾਰ ਕਰਕੇ ਦੁਖੀ ਨਾ ਹੋਵੋ। ਭਗਵਤ ਗੀਤਾ 'ਚ ਜੀਵਨ ਦੇ ਸਾਰੰਸ਼ ਨੂੰ ਬੜੀ ਸਫਾਈ ਨਾਲ ਬਿਆਨ ਕੀਤਾ ਗਿਆ ਹੈ। ਸੱਚਮੁੱਚ ਮਨੁੱਖ ਨੂੰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ। ਫਲ ਕੀ ਹੋਏਗਾ ਇਸ ਬਾਰੇ ਧਿਆਨ ਦੇਣ ਦੀ ਲੋੜ ਨਹੀਂ। ਕੇਵਲ ਵਿਸ਼ਵਾਸ ਰੱਖ ਕੇ ਜੇ ਸੱਚੇ ਮਨ ਨਾਲ ਕੰਮ ਕੀਤਾ ਹੈ ਤਾਂ ਫਲ ਵੀ ਸਹੀ ਪ੍ਰਾਪਤ ਹੋਏਗਾ। ਅਸਫਲਤਾ ਆਉਣ ਤੇ ਉਦਾਸ ਹੋਣ ਦੀ ਲੋੜ ਨਹੀਂ। ਆਪਣੇ ਹੋਸ਼ ਹਵਾਸ ਕਾਇਮ ਰੱਖਣ ਦੀ ਲੋੜ ਹੈ। ਮਾਨਸਿਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਨਿਰਾਸ਼ਾ ਨੂੰ ਮਨ 'ਚ ਕੋਈ ਸਥਾਨ ਨਾ ਦਿੱਤਾ ਜਾਏ। ਨਿਰਾਸ਼ਾ ਨੂੰ ਦੂਰ ਹੀ ਰੱਖਿਆ ਜਾਏ। ਨਿਰਾਸ਼ਾ ਆਪ ਨੂੰ ਨਕਾਰਾ ਬਣਾ ਕੇ ਕੰਗਲਾ ਕਰ ਦੇਗੀ। ਤੁਸੀਂ ਕੋਈ ਕਾਰਜ ਕੀਤਾ, ਉਹਦਾ ਉਚਿਤ ਫਲ ਪ੍ਰਾਪਤ ਨਹੀਂ ਹੋਇਆ, ਕਿਉਂ? ਆਪ ਦੇ ਕੰਮ 'ਚ ਕਿਧਰੇ ਖੋਟ ਰਹਿ ਗਿਆ ਹੋਏਗਾ ਜਾਂ ਆਪ ਦੀ ਕਿਸੇ ਬੇਬਸੀ ਨੂੰ ਜਾਣ ਕੇ ਆਪ ਦੀ ਮਜਬੂਰੀ ਲਾਭ ਲੈਂਦੀ ਹੋਈ ਆਪ ਦੇ ਕੰਮ 'ਚ ਵਿਘਨ ਪਾ ਗਈ, ਜਿਹਨੂੰ ਤੁਸੀਂ ਵਿਚਾਰਿਆ ਹੀ ਨਹੀਂ। ਅਸਫਲਤਾ ਦਾ ਕੋਈ ਕਾਰਨ ਤਾਂ ਹੋਏਗਾ ਹੀ। ਉਸ ਕਾਰਨ ਤੇ ਵਿਚਾਰ ਕਰਨ ਦੀ ਲੋੜ ਹੈ। ਅਸਫਲਤਾ ਵਾਲੇ ਕਾਰਨ ਨੂੰ ਮੁੜ ਵਾਪਰਨ ਨਾ ਦਿਓ। ਵੇਖੋ ਆਪ ਨੂੰ ਆਪਣੇ ਕੰਮ ਦਾ ਪੂਰਾ ਮੁਆਵਜ਼ਾ ਮਿਲਣਾ ਯਕੀਨੀ ਹੈ। ਆਪ ਦਾ ਕੋਈ ਕੰਮ ਵਿਗੜ ਜਾਏ, ਨਿਰਾਸ਼ ਹੋਣ ਦੀ ਲੋੜ ਨਹੀਂ। ਮਾਯੂਸ ਹੋ ਕੇ ਨਾ ਬੈਠੋ। ਉਸ ਕੰਮ ਨੂੰ ਅੱਧ ਵਿਚਕਾਰ ਨਾ ਛੱਡੋ। ਸ਼ਾਂਤੀ ਨਾਲ ਇਸ ਗੱਲ ਤੇ ਵਿਚਾਰ ਕੀਤਾ ਜਾਏ ਕਿ ਆਪ ਦਾ ਉਹ ਕੰਮ ਵਿਗੜਿਆ ਕਿਉਂ। ਹੋ ਸਕਦਾ ਕੋਈ ਨਵੀਂ ਗੱਲ ਬਣ ਜਾਏ। ਸਫਲਤਾ ਤਦ ਵੀ ਨਾ ਮਿਲੇ ਤਾਂ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਉਦਮ ਕਰਦਾ ਜਾਂ ਬਾਰ-ਬਾਰ ਕਿਰਿਆਸ਼ੀਲ ਹੋ ਕੇ ਹੀ ਸਫਲਤਾ ਪ੍ਰਾਪਤੀ ਹੋ ਸਕੇਗੀ। ਆਦਮੀ ਨੇ ਪੰਛੀਆਂ ਨੂੰ ਆਕਾਸ਼ 'ਚ ਉੱਡਦੇ ਵੇਖਿਆ। ਮਨੁੱਖ ਨੇ ਵੀ ਉੱਡਣ ਦੀ ਕਲਪਨਾ ਕੀਤੀ। ਹਵਾਈ ਜਹਾਜ਼ਾਂ ਦਾ ਇਤਿਹਾਸ ਪੜ੍ਹਨ ਦੀ ਲੋੜ ਹੈ। ਅੱਜ ਸੈਂਕੜੇ ਯਾਤਰੀ ਇਕੱਠੇ ਹੀ ਅਸਮਾਨ ਦੀ ਸੈਰ ਕਰ ਸਕਦੇ ਹਨ।
ਪਰ ਜੇਕਰ ਘੋਖ ਕੀਤੀ ਜਾਏ ਤਾਂ ਪਤਾ ਚੱਲਦਾ ਹੈ ਕਿ ਕਿਵੇਂ ਅਸਫਲਤਾਵਾਂ ਉਪਰੰਤ ਹੀ ਵਿਗਿਆਨਕ ਧੀਰਜ ਨਾਲ ਨਿਰਾਸ਼ ਹੋ ਕੇ ਕੰਮ ਕਰਦੇ ਰਹੇ ਤੇ ਹਿੰਮਤ ਨਹੀਂ ਹਾਰੀ ਤੇ ਕਾਮਯਾਬੀ ਦਾ ਸਿਹਰਾ ਅਖੀਰ ਉਹਨਾਂ ਦੇ ਸਿਰ ਵੱਜਾ। ਜੇ ਉਹ ਨਿਰਾਸ਼ ਹੋ ਜਾਂਦੇ ਤਾਂ ਕੀ ਹਵਾਈ ਜਹਾਜ਼ ਦੀ ਸੁਵਿਧਾ ਪ੍ਰਾਪਤ ਹੋ ਸਕਦੀ ਸੀ? ਆਦਮੀ ਚੰਦ ਤੇ ਪਹੁੰਚ ਚੁੱਕਾ ਹੈ, ਲਗਾਤਾਰ ਯਤਨ ਕੀਤੇ ਸਫਲ ਹੋ ਗਏ। ਨਿਰਾਸ਼ਾ ਆਪ ਨੂੰ ਖੋਖਲਾ ਕਰ ਦੇਗੀ। ਨਿਰਾਸ਼ ਮਤ ਹੋਵੋ। ਅਸਫਲਤਾ ਮਿਲਣ ਤੇ ਵਾਧੂ ਉਤਸ਼ਾਹ ਨਾਲ ਕੰਮ ਕੀਤਾ ਜਾਏ। ਸਫਲਤਾ ਆਪ ਦੀ ਮਿਹਨਤ ਸਦਕਾ ਆਪ ਦੇ ਕਦਮ ਚੁੰਮੇਗੀ, ਇਹ ਵਿਸ਼ਵਾਸ ਪੱਕਾ ਕਰੋ। ਆਪਣੇ ਅੰਦਰ ਨਿਰਾਸ਼ਾ ਦੇ ਦੁਸ਼ਮਣ ਨੂੰ ਥਾਂ ਨਾ ਲੈਣ ਦਿਓ। ਨਿਰਾਸ਼ਾ ਨੂੰ ਸਦਾ ਮਨ ਤੋਂ ਤਿਆਗ ਕੇ ਰੱਖੋ। ਇਹਦਾ ਪਰਛਾਵਾਂ ਆਪਣੇ ਉੱਪਰ ਨਾ ਪੈਣ ਦਿਓ। ਨਿਰਾਸ਼ਾ ਆਉਂਦੀ ਕਿਉਂ ਹੈ? ਅਸਫਲਤਾ ਦਾ ਮੂੰਹ ਕਿਉਂ ਦੇਖਣਾ ਪੈਂਦਾ ਹੈ? ਇਸ ਬਾਰੇ ਵਿਚਾਰ ਕਰਨ ਉਪਰੰਤ ਆਪ ਇਸ ਬਾਰੇ ਠੀਕ ਸਮਝ ਸਕੋਗੇ ਕਿ ਕੋਈ ਵੀ ਕੰਮ ਹੱਥ ਲੈਣ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨਾ ਯੋਗ ਜਾਪਦਾ ਹੈ। ਕੋਈ ਵੀ ਕੰਮ ਜਿਹੜਾ ਤੁਸੀਂ ਆਰੰਭਣਾ ਚਾਹੁੰਦੇ ਹੋ ਉਸ ਤੇ ਪੂਰਾ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ। ਕੰਮ ਮੁਕੰਮਲ ਹੋਣ ਤੇ ਆਪ ਨੂੰ ਕੀ ਮਿਲੇਗਾ, ਕੀ ਲਾਭ ਹੋਏਗਾ, ਕਿੰਨਾ ਸਮਾਂ ਲੱਗੇਗਾ, ਇਸ ਪ੍ਰਕਾਰ ਸਮੂਹ ਪੱਖਾਂ ਬਾਰੇ ਸੋਚ ਵਿਚਾਰ ਕਰਨ ਉਪਰੰਤ ਕਾਰਜ ਸ਼ੁਰੂ ਕਰੋ। ਬਿਨਾਂ ਸੋਚੇ ਸਮਝੇ ਕਿਸੇ ਕੰਮ ਨੂੰ ਕਰਨ ਨਾਲ ਯਕੀਨੀ ਤੌਰ ਤੇ ਨੁਕਸਾਨ ਹੋ ਸਕਦਾ ਹੈ। ਰੱਬ ਨੇ ਮਨੁੱਖ ਨੂੰ ਬੁੱਧੀ ਦਿੱਤੀ ਹੈ, ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਵਿਅਰਥ ਨੁਕਸਾਨ ਤੋਂ ਬਚ ਜਾਓਗੇ। ਅਜਿਹਾ ਕਰਨ ਨਾਲ ਆਪ ਨੂੰ ਨਿਰਾਸ਼ ਵੀ ਨਹੀਂ ਹੋਣਾ ਪਏਗਾ। ਜੰਗਲ 'ਚ ਜੇਕਰ ਆਪ ਦੁਕਾਨ ਖੋਲ ਲਓਗੇ ਤਾਂ ਖਰੀਦਦਾਰੀ ਕਰਨ ਕੌਣ ਆਏਗਾ? ਜਾਂ ਅਸਮਾਨ ਨੂੰ ਪੌੜੀ ਲਾਉਣ ਦਾ ਵਿਚਾਰ ਕਰ ਬੈਠੋ ਤਾਂ ਕਿਵੇਂ ਸੰਭਵ ਹੋਏਗਾ ਜਦੋਂ ਰਾਵਣ ਵੀ ਸਫਲ ਨਹੀਂ ਹੋ ਸਕਿਆ? ਆਪਣੀਆਂ ਸੀਮਾਵਾਂ, ਆਪਣੀ ਸ਼ਕਤੀ, ਕੈਪੈਸਿਟੀ ਦਾ ਅੰਦਾਜ਼ਾ ਕਰਨ ਪਿੱਛੋਂ ਹੀ ਕਾਰਜ ਨੂੰ ਆਰੰਭਿਆ ਜਾਣਾ ਵਾਜਬ ਹੈ। ਇਸ ਪ੍ਰਕਾਰ ਕਾਫੀ ਸੋਚ ਵਿਚਾਰ ਕਰਨ ਉਪਰੰਤ ਕੰਮ ਚਾਲੂ ਕਰਨ ਤੇ ਨਿਰਾਸ਼ਾ ਦਾ ਮੂੰਹ ਨਹੀਂ ਵੇਖਣਾ ਪਏਗਾ। ਅਸਫਲਤਾ ਦਾ ਦੂਜਾ ਰੂਪ ਸਫਲਤਾ ਹੀ ਹੈ। ਬਗੈਰ ਚੰਗੀ ਤਰ੍ਹਾਂ ਸੋਚੇ ਸਮਝੇ ਕਿਸੇ ਕੰਮ ਨੂੰ ਹੱਥ ਨਾ ਪਾਓ। ਕੰਮ ਉਹੀ ਕੀਤਾ ਜਾਵੇ ਜਿਹਨੂੰ ਕਰਨ ਦੀ ਸਮਰੱਥਾ ਹੋਵੇ। ਆਪਣੀ ਤਾਕਤ ਤੇ ਸੀਮਾ ਦੇ ਅੰਦਰ ਰਹਿ ਕੇ ਹੀ ਕੰਮ ਕਰਨ ਦਾ ਫੈਸਲਾ ਕੀਤਾ ਜਾਏ। ਅਜਿਹਾ ਵੀ ਨਹੀਂ ਕਿ ਆਪਦੀ ਯੋਗਤਾ ਅਨੁਸਾਰ ਕੰਮ ਉਪਲਬਧ ਨਹੀਂ। ਮੇਰੇ ਮਿੱਤਰ, ਇਹ ਦੁਨੀਆ ਬਹੁਤ ਵੱਡੀ ਹੈ। ਇਸ ਸੰਸਾਰ 'ਚ ਹਰ ਵਿਅਕਤੀ ਲਈ ਕੋਈ ਨਾ ਕੋਈ ਕੰਮ ਜ਼ਰੂਰ ਉਪਲਬਧ ਹੈ। ਆਪਣੀ ਯੋਗਤਾ ਅਨੁਸਾਰ ਹਰ ਮਨੁੱਖ ਲਈ ਕੰਮ ਮਿਲ ਸਕਦਾ ਹੈ। ਇਸ ਲਈ ਖਾਲੀ ਬੈਠਣ ਜਾਂ ਬੇਕਾਰ ਰਹਿਣ ਦਾ ਸਵਾਲ ਨਹੀਂ ਉੱਠਦਾ। ਜੇਕਰ ਤੁਸੀਂ ਖਾਲੀ ਰਹਿੰਦੇ ਹੋ ਜਾਂ ਬੇਕਾਰ ਤਾਂ ਸਮਾਜ ਦਾ ਜਾਂ ਸਰਕਾਰ ਦਾ ਕੋਈ ਦੋਸ਼ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਆਪ ਕਿਸੇ ਕੰਮ ਬਾਰੇ ਕੋਈ ਫੈਸਲਾ ਨਾ ਕਰ ਸਕੇ ਹੋ। ਇੱਛਾ ਅਨੁਸਾਰ ਕੰਮ ਸ਼ਾਇਦ ਨਾ ਮਿਲੇ, ਪਰ ਅਜਿਹਾ ਹੋਣ ਤੇ ਖਾਲੀ ਬੈਠੇ ਰਹਿਣਾ ਅਕਲਮੰਦੀ ਨਹੀਂ। ਕੁਝ ਨਾ ਕੁਝ ਕੰਮ ਜ਼ਰੂਰ ਕਰ ਲੈਣਾ ਚਾਹੀਦਾ। ਬੇਕਾਰ ਬੈਠਣ ਨਾਲੋਂ ਚੰਗਾ ਹੈ ਕਿ ਜੋ ਵੀ ਕੰਮ ਮਿਲੇ ਕਰ ਲੈਣਾ ਚਾਹੀਦਾ। ਸਮਾਂ ਆਉਣ ਤੇ ਇੱਛਾ ਅਨੁਸਾਰ ਕੰਮ ਮਿਲ ਸਕਦਾ ਹੈ। ਇੱਛਾ ਨੂੰ ਮਾਰਨਾ ਚੰਗਾ ਹੁੰਦਾ ਹੈ। ਜੀਵਨ ਨਿਠੱਲਾ ਨਾ ਰਹਿਣ ਦਿਓ। ਜੀਵਨ ਜਿਉਣ ਲਈ ਹੈ। ਧੰਨਵਾਦ।